ਕਰੋ। ਕਿਰਤ ਕਰਦਿਆਂ, ਵਪਾਰ ਕਰਦਿਆਂ ਸੁਰਤ ਕਰਕੇ, ਹਿਰਦੇ ਕਰਕੇ ਪਰਮਾਤਮਾ ਵਿੱਚ ਜੁੜਨਾ, ਇਹ ਵੀ ਭਗਤੀ ਹੈ। ਜਿਹੜੇ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਨੇ ਉਹ ਅੱਗੇ ਪਰਲੋਕ ਵਿੱਚ ਜਾ ਕੇ ਪਰਮਾਤਮਾ ਦੇ ਸਨਮੁਖ ਰਹਿੰਦੇ ਨੇ। ਖੁਸ਼ੀ ਖੁਸ਼ੀ ਸੰਸਾਰ ਤੋਂ ਸਰੀਰ ਛੱਡ ਕੇ ਚਲੇ ਜਾਂਦੇ ਨੇ, ਕਿਉਂਕਿ ਉਹ ਗੁਰਮੁਖ ਜਨ, ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪਣਾ ਜੀਵਨ ਜਿਹੜਾ ਉਹ ਸਫਲਾ ਕੀਤਾ ਹੈ। ਜਿਹੜਾ ਕੰਮ ਕਰਨ ਵਾਸਤੇ ਸੰਸਾਰ ਵਿੱਚ ਆਏ ਸੀ ਉਹ ਆਪਾਂ ਸਾਰਾ ਕੰਮ ਸਵਾਰ ਲਿਆ। ਜਿਸ ਤਰ੍ਹਾਂ ਕਿਸੇ ਨੂੰ ਸ਼ਾਹੂਕਾਰ ਨੇ ਭੇਜਿਆ ਕੋਈ ਕੰਮ ਕਰਨ ਵਾਸਤੇ, ਜੇ ਤਾਂ ਬੰਦਾ ਕੰਮ ਸਵਾਰ ਕੇ ਆਵੇ ਤੇ ਸ਼ਾਹੂਕਾਰ ਦੇ ਸਾਹਮਣੇ ਆ ਕੇ ਖਲੋਵੇਗਾ ਕਿ ਸ਼ਾਹੂਕਾਰ ਜੀ, ਜਿਹੜੇ ਕੰਮ ਤੁਸੀਂ ਸਾਨੂੰ ਭੇਜਿਆ ਸੀ ਉਹ ਕੰਮ ਅਸੀਂ ਸਿਰੇ ਚਾੜ ਆਏ, ਤੇ ਜਿਹੜੇ ਬੇਮੁਖ ਸਨ ਉਹ ਦੂਰ ਰਹਿੰਦੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹੜੇ ਕੰਮ ਜੀਵਨ ਨੂੰ ਸਫਲਾ ਕਰਕੇ ਗਏ ਨੇ, ਜਿਨ੍ਹਾਂ ਨੇ ਭਜਨ ਬੰਦਗੀ, ਸੇਵਾ ਸਿਮਰਨ, ਦਾਨ ਪੁੰਨ ਕਰਕੇ ਜੀਵਨ ਬਤੀਤ ਕੀਤਾ ਹੈ, ਉਹ ਪਰਮਾਤਮਾ ਦੇ ਦਰ ਸਨਮੁਖ ਰਹਿੰਦੇ ਨੇ ਤੇ ਖੁਸ਼ੀ ਖੁਸ਼ੀ ਉਹ ਪਰਮਾਤਮਾ ਦੇ ਦਰਸ਼ਨ ਕਰਦੇ ਹਨ। ਲਹਿ ਆਨੰਦ ਮੁਕਤ ਸੇ ਭਲੇ। ਉਹ ਪਰਲੋਕ ਵਿੱਚ ਆਨੰਦ ਪ੍ਰਾਪਤ ਕਰਦੇ ਹਨ ਤੇ ਆਨੰਦ ਭਾਵ ਉਹਨਾਂ ਦੀ ਕਲਿਆਣ ਹੁੰਦੀ ਹੈ, ਉਹ ਮੁਕਤ ਹੋ ਜਾਂਦੇ ਹਨ। ਜਿਨਹੁ ਨ ਜਗ ਮੈਂ ਕਾਜ ਸੁਧਾਰਾ। ਹੁਣ ਸਤਿਗੁਰੂ ਦੱਸਦੇ ਨੇ ਕਿ ਬੇਮੁਖ ਕੌਣ ਹਨ? ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਮਨੁੱਖਾ ਜਨਮ ਤਾਂ ਲੈ ਕੇ ਆਏ ਨੇ, ਪਰ ਮਨੁੱਖਾ ਜਨਮ ਕਿਸੇ ਚੰਗੇ ਕੰਮਾਂ ਦੇ ਵਿੱਚ ਨਹੀਂ ਲਾਇਆ। ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਨਹੀਂ ਕੀਤਾ, ਸੋ ਬੇਮੁਖ ਨਿਤ ਰਹਿ ਦੁਖਾਰਾ। ਉਹ ਬੇਮੁਖ ਹੁੰਦੇ ਹਨ ਤੇ ਸਦਾ ਹੀ ਦੁਖੀ ਰਹਿੰਦੇ ਨੇ। ਸੁਨਤ ਸਮੁੰਦੇ ਜੁਗ ਕਰ ਜੋਰੇ। ਭਾਈ ਸਮੁੰਦੇ ਨੇ ਗੁਰੂ ਸਾਹਿਬ ਜੀ ਦਾ ਬਚਨ ਸੁਣਿਆ, ਸੁਣ ਕੇ ਸਤਿਗੁਰਾਂ ਦੇ ਦੋਵੇਂ ਹੱਥ ਜੋੜੇ ਹਨ। ਕਰੋ ਦਇਆ ਸ੍ਰੀ ਗੁਰੂ ਨੇ ਹੋਰੇ। ਹੁਣ ਭਾਈ ਸਮੁੰਦੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰੂ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ, ਮੇਰੇ ਵੱਲ ਦੇਖੋ। ਬੁਝ ਕੋ ਸਨਮੁਖ ਆਪ ਬਣਾਵੋ। ਸਤਿਗੁਰੂ ਆਪ ਕਿਰਪਾ ਕਰੋ ਤੇ ਮੈਨੂੰ ਵੀ ਆਪਣੇ ਸਨਮੁਖ ਕਰ ਲਓ। ਇੰਜ ਕਹਿ ਲਓ ਕਿ ਜਿਸ ਤਰ੍ਹਾਂ ਗਿਆਨ ਲੈਣ ਵਾਸਤੇ ਸਿੱਖ ਚੱਲ ਕੇ ਗੁਰੂ ਕੋਲ ਆਉਂਦਾ ਹੈ, ਗੁਰੂ ਸਾਹਿਬ ਜੀ ਉਹਨੂੰ ਗਿਆਨ ਦਿੰਦੇ ਨੇ, ਫਿਰ ਸਿੱਖ ਨਿਮਰਤਾ ਵਿੱਚ ਬੇਨਤੀ ਕਰਦਾ ਹੈ ਕਿ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਕਿਉਂਕਿ ਅਸੀਂ ਅਲਪੱਗ ਜੀਵ ਹਾਂ। ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਈਏ, ਜਿੰਨਾ ਚਿਰ ਤੁਹਾਡੀ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਸਾਡੇ ਕੋਲੋਂ ਕਮਾਈ ਹੋ ਹੀ ਨਹੀਂ ਸਕਦੀ। ਇਸ ਲਈ ਕਮਾਈ ਦੇ ਵਿੱਚ ਤੁਹਾਡੀ ਕਿਰਪਾ ਦੀ ਲੋੜ ਹੈ। ਜੇ ਤੁਸੀਂ ਸਾਡੇ ਤੇ ਕਿਰਪਾ ਕਰੋ, ਮਿਹਰ ਦੀ ਦ੍ਰਿਸ਼ਟੀ ਕਰੋ, ਫਿਰ ਹੀ ਅਸੀਂ ਇਹਨਾਂ ਬਚਨਾਂ ਨੂੰ ਕਮਾ ਸਕਦੇ ਹਾਂ। ਨਹੀਂ ਤਾਂ ਗਿਆਨ ਤਾਂ ਬਹੁਤ ਲੋਕਾਂ ਕੋਲ ਹੈ, ਪਰ ਕਮਾਈ ਵਾਲੇ ਵਿਰਲੇ ਨੇ। ਕਮਾਈ ਵਾਲੇ ਉਹ ਹਨ ਜਿਨ੍ਹਾਂ ਉੱਤੇ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰੇ। ਹੁਣ ਮਹਾਰਾਜ ਪਤਾ ਤਾਂ ਲੱਗ ਗਿਆ ਕਿ ਸਨਮੁਖ ਤੇ ਬੇਮੁਖ ਕੌਣ ਨੇ, ਪਰ ਕਿਰਪਾ ਕਰੋ ਹੁਣ ਮੈਨੂੰ ਆਪ ਹੀ ਮਿਹਰ ਦੀ ਦ੍ਰਿਸ਼ਟੀ ਪਾਓ, ਸਤਿਗੁਰੂ ਆਪਣੇ ਸਨਮੁਖ ਕਰ ਲਓ। ਦੇਹੋ ਤੀਨੋ ਗੁਣ ਕੋ ਬਖਸ਼ਾਵੋ। ਮਹਾਰਾਜ ਕਿਰਪਾ ਕਰਕੇ ਮੈਨੂੰ ਤਿੰਨੇ ਦਾਨ ਦੇਵੋ। ਕਿਹੜੇ ਕਿਹੜੇ? ਨਾਮਦਾਨ, ਇਸ਼ਨਾਨ ਤੇ ਦਾਨ ਕਰਨਾ। ਨਾਮਦਾਨ, ਇਸ਼ਨਾਨ, ਇਹ ਤਿੰਨੇ ਦਾਤਾਂ ਕਿਰਪਾ ਕਰਕੇ ਮੈਨੂੰ ਦਵੋ ਤੇ ਮੇਰੇ ਜਿਹੜੇ ਪਿਛਲੇ ਔਗਣ ਨੇ ਉਹ ਬਖਸ਼ ਦਵੋ। ਗੁਰ ਕੈ ਸਨਮੁਖ ਸਿੱਖ ਹੋਏ ਜਬ। ਸਤਿਗੁਰੂ ਜੀ ਕਹਿਣ ਲੱਗੇ ਭਾਈ ਸਮੁੰਦੇ ਦੇ ਤਾਈ ਜਿਹੜੇ ਸਿੱਖ ਗੁਰੂ ਦੇ ਸਨਮੁਖ ਹੁੰਦੇ ਹਨ, ਹੋਏ ਆਵਹਿ ਗੁਰ ਕਰੁਣਾ ਤਬ। ਉਹਨਾਂ ਉੱਤੇ ਗੁਰੂ ਸਾਹਿਬ ਦੀ ਕਿਰਪਾ ਆਪੇ ਹੀ ਬਣ ਆਉਂਦੀ। ਇਹਨੇ ਕਿਹਾ ਮੇਰੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਜਿਹੜੇ ਸਿੱਖ ਕਮਾਈ ਕਰਦੇ ਨੇ ਨਾ, ਜਿਹੜੇ ਹਮੇਸ਼ਾ ਗੁਰੂ ਦਾ ਡਰ ਆਪਣੇ ਅੰਦਰ ਰੱਖਦੇ ਨੇ, ਉਹ ਸਨਮੁਖ ਰਹਿੰਦੇ ਨੇ। ਜਿਹੜੇ ਨਾਮਦਾਨ ਇਸ਼ਨਾਨ ਕਮਾਉਂਦੇ ਹਨ, ਮਹਾਰਾਜ ਕਹਿੰਦੇ ਉਹਨਾਂ ਤੇ ਗੁਰੂ ਦੀ ਕਿਰਪਾ ਬਣੀ ਰਹਿੰਦੀ ਹੈ। ਤਬੇ ਸਮੁੰਦੇ ਗੁਰ ਬਚ ਮਾਨਾ। ਭਾਈ ਸਮੁੰਦੇ ਨੇ ਸਤਿਗੁਰਾਂ ਦਾ ਬਚਨ ਮੰਨਿਆ ਹੈ। ਤਿਮਹੀ ਕਰਨ ਲੱਗਿਓ ਸ਼ੁਭ ਜਾਨਾ। ਸਤਿਗੁਰਾਂ ਦਾ ਬਚਨ ਸੋਹਣਾ ਜਾਣ ਕੇ ਉਹਦੀ ਕਮਾਈ ਕਰਨ ਲੱਗੇ। ਕੇਤਕ ਦਿਨ ਮੈਂ ਪ੍ਰਾਪਤ ਗਿਆਨਾ। ਕੁਝ ਕੁ ਦਿਨਾਂ ਦੇ ਵਿੱਚ ਇਹਨਾਂ ਨੂੰ ਆਤਮ ਗਿਆਨ ਪ੍ਰਾਪਤ ਹੋਇਆ। ਸੁਨੇ ਸਦਾ ਜਿਮ ਗੁਰੂ ਬਖਾਨਾ। ਜਿਸ ਤਰ੍ਹਾਂ ਗੁਰੂ ਸਾਹਿਬ ਉਪਦੇਸ਼ ਦਿੰਦੇ ਸਨ, ਉਹਨਾਂ ਬਚਨਾਂ ਨੂੰ, ਉਪਦੇਸ਼ ਨੂੰ ਸੁਣਦੇ ਸਨ। ਕੁੱਲਾ ਭੁੱਲਾ ਝੰਜੂ ਦੋਏ। ਹੁਣ ਅਗਲੇ ਸਿੱਖਾਂ ਦਾ ਜ਼ਿਕਰ ਇੱਥੇ ਕੀਤਾ ਹੈ। ਭਾਈ ਕੁੱਲਾ ਜੀ ਤੇ ਦੂਜੇ ਸਿੱਖ ਹਨ ਇਸੇ ਤਰ੍ਹਾਂ ਭਾਈ ਭੁੱਲਾ ਜੀ। ਇਹ ਸਿੱਖਾਂ ਦੇ ਨਾਮ ਨੇ ਅਤੇ ਇਹਨਾਂ ਦੀ ਜਾਤੀ ਜਿਹੜੀ ਹੈ ਉਹ ਝੰਜੂ ਹੈ। ਕੁੱਲਾ ਤੇ ਭੁੱਲਾ ਇਹ ਦੋਨੋਂ ਸਿੱਖ। ਸੋਇਨੀ ਹੁਤੋ ਭਗੀਰਥ ਜੋਏ। ਤੀਸਰਾ ਨਾਮ ਜਿਹੜਾ ਹੈ
ਉਹ ਭਾਈ ਸੋਇਨੀ ਜੀ, ਭਾਈ ਭਗੀਰਥ ਜੀ ਤੇ ਸੋਇਨੀ ਜਿਹੜੀ ਹੈ ਉਹ ਜਾਤੀ। ਇਹ ਤਿੰਨ ਸਿੱਖ ਉਹਨਾਂ ਦੇ ਨਾਮ ਆਏ ਨੇ, ਭਾਈ ਕੁੱਲਾ, ਭਾਈ ਭੁੱਲਾ ਇਹਨਾਂ ਦੀ ਝੰਜੂ ਜਾਤੀ ਹੈ, ਭਾਈ ਭਗੀਰਥ ਇਹਨਾਂ ਦੀ ਸੋਇਨੀ ਜਾਤੀ ਹੈ। ਤੀਨੋਂ ਪ੍ਰਾਪਤ ਭੇ ਗੁਰ ਸ਼ਰਨੀ। ਇਹ ਤਿੰਨੇ ਸਿੱਖ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਬੰਧਨ ਕੀਨ ਅਰਜ ਨਿਜ ਬਰਨੀ। ਇਹਨਾਂ ਨੇ ਆ ਕੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ ਹੈ ਤੇ ਆਪਣੀ ਬੇਨਤੀ ਸਤਿਗੁਰਾਂ ਦੇ ਅੱਗੇ ਰੱਖੀ ਹੈ। ਗੁਰੂ ਗਰੀਬ ਨਿਵਾਜ ਸੁਨੀਜੈ। ਐ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ, ਸਾਡੀ ਬੇਨਤੀ ਨੂੰ ਸੁਣੋ। ਹਮ ਕੋ ਦੁਖੀ ਵਿਸਾਲ ਸਾਨੂੰ ਬਹੁਤ ਦੁਖੀ ਜਾਣੋ, ਅਸੀਂ ਬਹੁਤ ਦੁਖੀ ਹਾਂ ਤੇ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਏ ਹਾਂ। ਕਿਰਪਾ ਕਰੋ ਮਹਾਰਾਜ, ਸਾਡੀ ਫਰਿਆਦ ਸੁਣੋ। ਬਹੁ ਜੂਨਨ ਮੈਂ ਜਨਮਤ ਆਏ। ਦੁੱਖ ਕਿਹੜਾ ਹੈ? ਕਈ ਵਾਰੀ ਸਾਰੇ ਪਦਾਰਥ ਕੋਲ ਹੁੰਦੇ ਨੇ, ਬੰਦਾ ਕਹਿੰਦਾ ਹੈ ਕਿ ਇਹਨੂੰ ਦੁੱਖ ਕਿਹੜਾ ਹੈ, ਪਰ ਜੀਵਨ ਵਿੱਚ ਜਿਹੜੇ ਨੇ ਉਹ ਕਈ ਵਾਰੀ ਦੁੱਖ ਆ ਵੀ ਜਾਂਦੇ ਨੇ, ਕਿਉਂਕਿ ਸੁੱਖ ਦੁੱਖ ਇਹ ਤਾਂ ਦੋਨੋਂ ਕੱਪੜੇ ਹਨ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਹਾਂ, ਕਰਮਾਂ ਅਨੁਸਾਰ ਕਿਸੇ ਕੋਲ ਸੁੱਖ ਜ਼ਿਆਦੇ ਨੇ, ਦੁੱਖ ਘੱਟ ਨੇ, ਤੇ ਕਿਸੇ ਦੇ ਕਰਮ ਹੈ ਤੇ ਜਾਂ ਜਬ ਜਾਂ ਮਾਏ ਕੇਸ ਗੈ ਪਟਕੈ। ਜਦੋਂ ਉਹ ਸਮਾਂ ਬਣਦਾ ਹੈ ਤੇ ਫਿਰ ਚੇਤ ਕੀਤਾ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਇਹ ਜ਼ਿੰਦਗੀ ਚਾਰ ਪਹਿਰਾਂ ਦੀ ਰਾਤ ਹੈ। ਜਿਹੜੇ ਤਾਂ ਕਮਾਈ ਵਾਲੇ ਨੇ ਉਹ ਰਾਤ ਦੇ ਸਮੇਂ ਉੱਠ ਖੜਦੇ ਹਨ, ਪਰ ਜਿਹੜੇ ਨਹੀਂ ਉੱਠਦੇ ਉਦੋਂ ਉੱਠਦੇ ਨੇ ਜਦੋਂ ਦਿਨ ਚੜ ਜਾਂਦਾ ਹੈ, ਤੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਰੀਏ ਕੀ। ਇਸ ਲਈ ਜ਼ਿੰਦਗੀ ਦੀ ਚਾਰ ਪਹਿਰਾਂ ਦੀ ਰਾਤ ਹੈ। ਤੇ ਜਿਹੜੇ ਜਾਗੇ ਸੰਤ ਜਨਾਂ ਮੇਰੇ ਰਾਮ ਪਿਆਰੇ, ਨਾਮ ਜਪਣ ਵਾਲੇ ਤਾਂ ਦੀ ਰਾਤ ਹੀ ਉੱਠ ਕੇ ਸਤਨਾਮ ਦਾ ਅਭਿਆਸ ਕਰਨ ਲੱਗ ਪੈਂਦੇ। ਤੇ ਇਸੇ ਤਰ੍ਹਾਂ ਇਹਨਾਂ ਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ, ਕਿਉਂਕਿ ਬੇਨਤੀ ਵੀ ਉਹ ਕਰਦਾ ਜਿਹੜਾ ਮਨ ਕਰਕੇ ਜਾਗਿਆ। ਜਿਹੜਾ ਹਲੇ ਤੱਕ ਜਾਗਿਆ ਹੀ ਨਹੀਂ, ਜਿਹਨੂੰ ਪਤਾ ਹੀ ਨਹੀਂ ਕਿ ਸਭ ਤੋਂ ਵੱਡਾ ਦੁੱਖ ਕੀ ਹੈ, ਪਰਲੋਕ ਦੇ ਹਾਲਾਤ ਕੀ ਹੋਣਗੇ, ਜੇ ਮਾੜਾ ਕਰਮ ਕਰਾਂਗਾ ਤੇ ਕਿਸ ਤਰ੍ਹਾਂ ਮੈਨੂੰ ਦੁੱਖ ਘੇਰਣਗੇ, ਇਹ ਗੱਲ ਦੀ ਸੋਝੀ ਜਿਨ੍ਹਾਂ ਨੂੰ ਨਹੀਂ ਹੈ, ਉਹ ਖੁਸ਼ੀ ਖੁਸ਼ੀ ਜੀਵਨ ਤਾਂ ਬਤੀਤ ਕਰ ਰਹੇ ਨੇ, ਪਰ ਜਦੋਂ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ, ਦੁੱਖ ਸਾਹਮਣੇ ਆਉਂਦੇ ਨੇ ਕਰਮਾਂ ਦੇ, ਤੇ ਫਿਰ ਉਹ ਦੁਖੀ ਹੁੰਦੇ ਹਨ। ਫਿਰ ਕਹਿੰਦੇ ਨੇ ਸਾਨੂੰ ਸਮਾਂ ਮਿਲ ਜਾਵੇ, ਤੇ ਫਿਰ ਉਹ ਸਮਾਂ ਮਿਲਦਾ ਨਹੀਂ। ਇਸ ਲਈ ਸਾਨੂੰ ਬਾਣੀ ਨੇ ਬਾਰ-ਬਾਰ ਜਗਾਉਣ ਨੂੰ, ਮਨ ਜਗਾਉਣ ਦੀ ਗੱਲ ਕੀਤੀ ਹੈ। ਜਿਨ੍ਹਾਂ ਦੇ ਮਨ ਜਾਗੇ ਸੀ ਉਹਨਾਂ ਨੇ ਆ ਕੇ ਬੇਨਤੀ ਕੀਤੀ ਹੈ, ਸਤਿਗੁਰੂ ਅਸੀਂ ਬਹੁਤ ਦੁਖੀ ਹਾਂ, ਤੇ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਬਹੁਤ ਜੂਨਾਂ ਵਿੱਚੋਂ ਭਟਕ ਕੇ ਅਸੀਂ ਆਏ।
ਮਹਾ ਕਸ਼ਟ ਤੇ ਹਾਰੀ। ਕਿਰਪਾ ਕਰੋ ਸਤਿਗੁਰੂ ਜੀ, ਸਾਨੂੰ ਇਹ ਵੱਡੇ ਕਸ਼ਟ ਚੋਂ ਬਚਾ ਲਓ। ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪ੍ਰਤੀ ਭੱਟ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ, ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਿਆ ਕਮਾਇਆ, ਫਿਰ ਜਿਨ੍ਹਾਂ ਨੇ ਪਿਆਰ ਦੇ ਨਾਲ ਰਸਨਾ ਦੁਆਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਧੰਨ ਕਿਹਾ, ਮਹਾਰਾਜ ਭੱਟ ਜੀ ਕਹਿੰਦੇ ਨੇ ਉਹ ਫਿਰ ਇਹਨਾਂ ਜੂਨਾਂ ਵਿੱਚ ਨਹੀਂ ਆਉਂਦੇ, ਉਹ ਇਹਨਾਂ ਜੂਨਾਂ ਤੋਂ ਮੁਕਤ ਹੋਏ ਨੇ। ਬਚਨ ਆਪਾਂ ਪੜ੍ਹਦੇ, ਜਬ ਲਓ ਨਹੀਂ ਭਾਗ ਲਲਾਰ ਉਦੈ ਤਬ ਲੋ ਭ੍ਰਮ ਤੇ ਫਿਰ ਤੇ ਬਹੁਤਾਇਓ, ਕਲ ਘੋਰ ਸਮੁੰਦਰ में बूढ़त थे कबहू मिट है नहीं रे पछतायो, तत विचार यह मथुरा जग तारन को अवतार बनायो, जपियो जिन अर्जुन देव गुरु फिर संकट जोन गर्भ न आयो। ਜਿਨ੍ਹਾਂ ਨੇ ਪਿਆਰ ਨਾਲ ਕਿਹਾ ਧੰਨ ਗੁਰੂ ਅਰਜਨ ਦੇਵ ਸਾਹਿਬ, ਪਿਆਰ ਨਾਲ ਆਖਣ ਤੋਂ ਭਾਵ ਹੈ ਜਿਨ੍ਹਾਂ ਨੇ ਆਪਣੀ ਪੂਰੀ ਸ਼ਰਧਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਪਰ ਰੱਖੀ, ਉਹਨਾਂ ਦੇ ਬਚਨਾਂ ਨੂੰ ਪਿਆਰ ਨਾਲ ਸੁਣ ਕੇ ਉਹਦੀ ਕਮਾਈ ਕੀਤੀ ਹੈ, ਉਹ ਫਿਰ ਇਹਨਾਂ ਜੂਨਾਂ ਵਿੱਚ ਨਹੀਂ ਆਉਂਦੇ, ਗਰਭ ਵਿੱਚ ਆ ਕੇ ਦੁਖੀ ਨਹੀਂ ਹੁੰਦੇ। ਇਸ ਲਈ ਇਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੌਤ ਦਾ ਬਹੁਤ ਵੱਡਾ ਦੁੱਖ ਹੈ, ਸਭ ਤੋਂ ਵੱਡਾ ਦੁੱਖ ਇਹਦੇ ਸਮਾਨ ਹੋਰ ਕੋਈ ਦੁੱਖ ਨਹੀਂ ਹੈ। ਇਸ ਲਈ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ। ਕਿਰਪਾ ਕਰੋ ਹਮ ਪਰ ਅਬ ਐਸੇ, ਆਪ ਜੀ ਸਾਡੇ ਉੱਤੇ ਐਸੀ ਕਿਰਪਾ ਕਰੋ, ਜਨਮ ਮਰਨ ਪੁਨ ਪਾਏ ਨਾ ਕੈਸੇ। ਅਸੀਂ ਫਿਰ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਨਾ ਭਟਕੀਏ। ਕਹਿ ਕਬੀਰ ਸੁਨ ਹੋਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਉ ਜਲ ਫੇਰਾ। ਇਹ ਦੁੱਖਾਂ ਦਾ ਘਰ ਕਦੇ ਗਰਭ ਜੂਨ ਦੇ ਵਿੱਚ ਜਾ ਕਰਕੇ ਗਰਭ ਦੇ ਵਿੱਚ 9 ਮਹੀਨੇ ਵਾਸਾ ਕਰਨਾ, ਫਿਰ ਜਦੋਂ ਮੌਤ ਦਾ ਸਮਾਂ ਆਉਣਾ ਤੇ ਦੁੱਖ ਝੱਲਣੇ, ਫਿਰ ਜੂਨਾਂ ਵਿੱਚ ਪੈ ਕੇ ਦੁੱਖ ਭੋਗਣੇ। ਆਪ ਕਿਰਪਾ ਕਰੋ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਡਾ ਜਨਮ ਮਰਨ ਕੱਟਿਆ ਜਾਵੇ। ਸ਼੍ਰੀ ਮੁਖ ਤੇ ਉਚਰਿਓ ਬਨ ਗੁਰਮੁਖ। ਇਹਨਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਜੇ ਜਨਮ ਮਰਨ ਕੱਟਣਾ ਚਾਹੁੰਦੇ ਹੋ ਤੇ ਫਿਰ ਗੁਰਮੁਖ ਬਣੋ। ਗੁਰਮੁਖ ਦਾ ਭਾਵ ਕੀ ਹੈ ਉਹ ਅੱਗੇ ਸਤਿਗੁਰੂ ਦੱਸਣਗੇ। ਤਿਆਗੋ ਕਰਮ ਜੋ ਕਰਤੇ ਮਨਮੁਖ। ਗੁਰਦੇਵ ਕਹਿੰਦੇ ਹਨ ਜਿਹੜੇ ਮਨਮੁਖ ਕਰਮ ਕਰਦੇ ਹਨ ਉਹ ਤਿਆਗ ਦਿਓ, ਜਾਂ ਮਨਮੁਖ ਬਣ ਕੇ ਕਰਮ ਕਰਨੇ ਉਹਨਾਂ ਦਾ ਤਿਆਗ ਕਰੋ। ਜੇ ਗੁਰਮੁਖ ਬਣੋ ਤੇ ਤੁਹਾਡਾ ਜਨਮ ਮਰਨ ਕੱਟਿਆ ਜਾਵੇ। ਪੁਨ ਪੁੱਛਿਓ ਸਭ ਭੇਦ ਬਤਾਵੋ। ਇਹ ਫਿਰ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਕਿਰਪਾ ਕਰੋ ਸਾਨੂੰ ਇਹ ਸਾਰਾ ਭੇਦ ਖੋਲ ਕੇ ਸਮਝਾਵੋ। ਗੁਰਮੁਖ ਮਨਮੁਖ ਕਹਿ ਸਮਝਾਵੋ। ਗੁਰਮੁਖ ਅਤੇ ਮਨਮੁਖ ਬਾਰੇ ਸਮਝਾਵੋ। ਸੁਣਿਆ ਤੇ ਪਹਿਲਾਂ ਵੀ ਹੈ, ਪਰ ਆਪ ਕਿਰਪਾ ਕਰਕੇ ਇਹ ਖੋਲ ਕੇ ਸਮਝਾਵੋ, ਸਾਰਾ ਭੇਦ ਸਾਡੀ ਸਮਝ ਵਿੱਚ ਪਾਵੋ ਕਿ ਗੁਰਮੁਖ ਤੇ ਮਨਮੁਖ ਵਿੱਚ ਕੀ ਭੇਦ ਹੈ। ਜਬ ਹਮ ਲੱਛਣ ਲੇਹ ਪਛਾਨ। ਜਦੋਂ ਅਸੀਂ ਗੁਰਮੁਖ ਤੇ ਮਨਮੁਖ ਦੇ ਲੱਛਣ ਜਾਣ ਲਵਾਂਗੇ, ਤਬ ਹਮ ਧਰੇ ਗੁਰੂ ਬਚਮਾਨ। ਮਹਾਰਾਜ ਤੁਹਾਡੇ ਬਚਨਾਂ ਨੂੰ ਅਸੀਂ ਫਿਰ ਕਮਾਵਾਂਗੇ, ਜਿਸ ਤਰ੍ਹਾਂ ਤੁਸੀਂ ਸਾਨੂੰ ਸਿੱਖਿਆ ਦਿਓਗੇ ਉਹਦੀ ਕਮਾਈ ਕਰਾਂਗੇ। ਸ਼੍ਰੀ ਮੁਖ ਤੇ ਫਰਮਾਵਨ ਕੀਨ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਿਹਾ, ਗੁਰਮੁਖ ਮਨਮੁਖ ਦਵੈ ਬਿਦਤੀਨ। ਮਹਾਰਾਜ ਕਹਿੰਦੇ ਨੇ ਗੁਰਮੁਖ ਤੇ ਮਨਮੁਖ ਇਹ ਤਿੰਨ ਤਰ੍ਹਾਂ ਦੇ ਹਨ। ਗੁਰਮੁਖ ਵੀ 3 ਤਰ੍ਹਾਂ ਦੇ ਤੇ ਮਨਮੁਖ ਵੀ 3 ਤਰ੍ਹਾਂ ਦੇ ਹਨ। ਇੱਕ ਗੁਰ ਸੁਖ ਗੁਰਮੁਖ ਤਰ ਦੂਜੋ। ਇੱਕ ਜਿਹੜਾ ਹੈ ਉਹ ਮਹਾਰਾਜ ਕਹਿੰਦੇ ਹਨ ਇਹ 3 ਤਰ੍ਹਾਂ ਦੀਆਂ 3 ਵਿਧੀਆਂ ਹਨ। ਸੁਣੋ, ਇੱਕ ਜਿਹੜਾ ਹੈ ਉਹ ਗੁਰਮੁਖ ਤਰ ਦੂਜੋ। ਪਹਿਲਾ ਜਿਹੜਾ ਗੁਰਮੁਖ ਹੈ ਉਹ ਮਨ ਸੁਖ, ਤੇ ਦੂਜਾ ਹੈ ਗੁਰਮੁਖ ਤਰ। ਗੁਰਮੁਖ ਤਰ ਦੂਜਾ ਹੈ ਗੁਰਮੁਖ ਤਮ ਨੀਕੋ ਲਖ ਤੀਜੋ। ਗੁਰਮੁਖ ਤਮ ਤੀਜੋ ਲਖ ਨੀਕੋ, ਤੇ ਤੀਜਾ ਹੈ ਗੁਰਮੁਖ ਤਮ। ਇਹ 3 ਤਰ੍ਹਾਂ ਦਾ ਇਹਨਾਂ ਦਾ ਹੈ। ਪਹਿਲਾ ਗੁਰਮੁਖ, ਫਿਰ ਗੁਰਮੁਖ ਤਰ, ਫਿਰ ਗੁਰਮੁਖ ਤਮ ਤੀਜਾ ਹੈ। ਪੀਠ ਕੁਕਰਮਨ ਕੋ ਜਿਨ ਦੀਨ। ਜਿਨ੍ਹਾਂ ਨੇ ਕੁਕਰਮਾਂ ਨੂੰ ਪਿੱਠ ਕਰ ਦਿੱਤੀ ਹੈ, ਮਾੜੇ ਕੰਮਾਂ ਨੂੰ ਪਿੱਠ ਕੀਤੀ ਹੈ। ਗੁਰੂ ਬਚਨ ਸਨਮੁਖ ਮੁਖ ਕੀਨ। ਗੁਰੂ ਦੇ ਬਚਨਾਂ ਵੱਲ ਆਪਣਾ ਮੁਖ ਕੀਤਾ ਹੈ, ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਹਨ। ਕੋ 300 ਜੇ ਕਰਹਿ ਚੰਗਿਆਈ। ਜੇ ਕੋਈ ਉਹਨਾਂ ਦੇ ਨਾਲ ਭਲਾਈ ਕਰਦਾ ਹੈ, ਸਤ ਜਾਣੇ ਤਿਸ ਕੀ ਭਲਾਈ।
ਜੇ ਕੋਈ ਚੰਗਾ ਉਹਨਾਂ ਨਾਲ ਕਰਦਾ ਹੈ ਤੇ ਉਹਨਾਂ ਦਾ ਸਦਾ ਭਲਾ ਚਾਹੁੰਦੇ ਹਨ। ਚੇਤਨਾ ਵਿਸਾਰੈ ਚਾਹੇ ਉਪਕਾਰਾ, ਕਦੇ ਵੀ ਉਹਨਾਂ ਦਾ ਉਪਕਾਰ ਆਪਣੇ ਚਿੱਤ ਚੋਂ ਭੁਲਾਉਂਦੇ ਨਹੀਂ ਹਨ। ਸਭ ਕੋ ਭਲੋ ਕਰੈ ਇਕ ਸਾਰਾ, ਇੱਕੋ ਸਾਰ ਦੇ ਵਿੱਚ ਸਾਰਿਆਂ ਦਾ ਭਲਾ ਕਰਦੇ ਹਨ। ਇਹੋ ਗੁਰਮੁਖ ਕੇ ਲਖੀਐ ਲੱਛਣ, ਇਹ ਗੁਰਮੁਖ ਦੇ ਲੱਛਣ ਹਨ, ਜਾਣ ਲਓ। ਕੌਣ ਹੈ ਗੁਰਮੁਖ? ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੇ ਬਚਨਾਂ ਨੂੰ ਮੰਨਦਾ ਹੈ। ਜੇ ਕੋਈ ਉਹਨਾਂ ਨਾਲ ਚੰਗਾ ਕਰਮ ਕਰਦਾ ਹੈ ਤੇ ਉਹਦੀ ਭਲਾਈ ਉਹ ਚੇਤੇ ਰੱਖਦਾ ਹੈ, ਭੁਲਾਉਂਦਾ ਨਹੀਂ ਕਿ ਮੇਰਾ ਇਹਨੇ ਇਹ ਕੰਮ ਸਵਾਰਿਆ ਸੀ। ਉਹ ਹਮੇਸ਼ਾ ਉਹਨੂੰ ਯਾਦ ਰੱਖਦਾ ਹੈ, ਉਪਕਾਰ ਕਰਦਾ ਹੈ, ਉਹਨੂੰ ਗੁਰਮੁਖ ਕਿਹਾ ਜਾਂਦਾ ਹੈ। ਸੁਨ ਗੁਰਮੁਖ ਤਰ ਜਤਾ ਵਿਚਛਨ, ਮਹਾਰਾਜ ਕਹਿੰਦੇ ਆ, ਸਿਆਣਿਓ ਸੁਣੋ, ਜਿਸ ਤਰ੍ਹਾਂ ਗੁਰਮੁਖ ਤਰ ਹੈ ਉਹਦੇ ਲੱਛਣ ਸੁਣੋ। ਤਿਆਗ ਕਰਮਨ ਕੋ ਉਰ ਧਾਰਾ, ਜਿਨ੍ਹਾਂ ਨੇ ਕੁਕਰਮਾਂ ਦਾ ਤਿਆਗ ਕਰ ਦਿੱਤਾ ਹੈ ਹਿਰਦੇ ਤੋਂ ਹੀ। ਬ੍ਰਿੰਦ ਸੁਕਰਮਨ ਅੰਗੀਕਾਰਾ, ਚੰਗੇ ਕੰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਜੋ ਕਾਰਜ ਕਿਸ ਕੋ ਹੋਏ ਸਾਕਹਿ, ਜੇ ਕਿਤੇ ਉਹਨਾਂ ਕੋਲੋਂ ਕਿਸੇ ਦਾ ਕੰਮ ਸਵਾਰਿਆ ਜਾਵੇ, ਕਰਹਿ ਭਲੋ ਖੋਟੋ ਨਹਿ ਤਾਕਹਿ, ਹਮੇਸ਼ਾ ਭਲਾਈ ਕਰਦੇ ਹਨ, ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ। ਜੋ ਨਰ ਆਪਨ ਕਰਹਿ ਅਪਕਾਰਾ, ਜੇ ਕੋਈ ਉਹਨਾਂ ਦਾ ਕੋਈ ਵਿਗਾੜ ਵੀ ਕਰਦਾ ਹੈ, ਉਹਨਾਂ ਦਾ ਨੁਕਸਾਨ ਵੀ ਕਰਦਾ ਹੈ, ਤਿਸ ਪਰ ਇਹ ਠਾਨੈ ਉਪਕਾਰਾ। ਜਿਹੜਾ ਗੁਰਮੁਖ ਤਰ ਹੁੰਦਾ ਹੈ ਉਹਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਹਮੇਸ਼ਾ ਉਹ ਉਹਦਾ ਵੀ ਭਲਾ ਹੀ ਮੰਗਦਾ ਹੈ, ਉਹਦਾ ਵੀ ਜਿਹੜਾ ਕੰਮ ਸਵਾਰ ਦਿੰਦਾ ਹੈ। ਜਿਸ ਤਰ੍ਹਾਂ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆਂ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਜਿਸ ਤਰ੍ਹਾਂ ਰੁੱਖ ਦੀ ਕਹਾਣੀ ਹੈ, ਭਾਵੇਂ ਕੋ ਪੱਥਰ ਮਾਰੇ ਪਰ ਰੁੱਖ ਆਪਣਾ ਸੁਭਾਅ ਨਹੀਂ ਛੱਡਦਾ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਫਲ ਦੇ ਵੱਟ ਵਗਾਏ, ਜੇ ਕੋਈ ਵੱਟੇ ਵਗਾ ਕੇ ਮਾਰਦਾ ਤੇ ਉਹ ਰੁੱਖ ਉਹਦਾ ਬੁਰਾ ਨਹੀਂ ਸੋਚਦਾ, ਸਗੋਂ ਖਾਣ ਵਾਸਤੇ ਫਲ ਦਿੰਦਾ ਹੈ। ਫਿਰ ਵੱਢਣ ਵਾਲੇ ਤਾਰ ਤਰਨ ਦਾ, ਜੇ ਕੋਈ ਰੁੱਖ ਨੂੰ ਵੱਢਦਾ ਹੈ ਤੇ ਵੱਢਣ ਵਾਲੇ ਨੂੰ ਵੀ ਨਦੀ ਤੋਂ ਪਾਰ ਲਾ ਦਿੰਦਾ। ਇਸ ਤਰ੍ਹਾਂ ਗੁਰਮੁਖ ਤਰ ਦੇ ਲੱਛਣ ਹਨ। ਹਿਰਦੈ ਵਿਸਾਰੈ ਸਕਲ ਖੁਟਾਈ, ਆਪਣੇ ਹਿਰਦੇ ਵਿੱਚੋਂ ਜਿਹੜੇ ਮਾੜੇ ਕਰਮ ਹਨ ਉਹਨੇ ਭੁਲਾ ਦਿੱਤੇ ਨੇ, ਵਿਸਾਰ ਦਿੱਤੇ ਹਨ। ਸਹਿਜ ਸੁਭਾਇਕ ਹੋਏ ਭਲਾਈ, ਸਹਿਜ ਸੁਭਾਅ ਸਦਾ ਸਾਰਿਆਂ ਦਾ ਭਲਾ ਹੀ ਕਰਦਾ ਹੈ। ਅਬ ਗੁਰਮੁਖ ਤਮ ਕੇ ਸੁਨ ਲੱਛਣ, ਹੁਣ ਜਿਹੜਾ ਗੁਰਮੁਖ ਤਮ ਹੈ ਉਹਦੇ ਲੱਛਣ ਸੁਣੋ। ਗਿਆਨ ਸਪੰਨ ਵਿਸਾਲ ਵਿਚਛਨ, ਉਹ ਗਿਆਨ ਦੇ ਵਿੱਚ ਸੰਪੰਨ ਹੈ, ਆਤਮ ਗਿਆਨੀ ਹੈ, ਉਹ ਬਹੁਤ ਚਤੁਰ ਤੇ ਸਿਆਣਾ ਹੈ। ਆਤਮ ਰੂਪ ਜਥਾਵੰਤ ਜਾਨਾ, ਆਪਣੀ ਜਿਹੜੀ ਆਤਮਾ ਦਾ ਸਰੂਪ ਹੈ ਉਹਦਾ ਉਸ ਨੂੰ ਗਿਆਨ ਹੈ। ਜਿਸ ਪ੍ਰਕਾਰ ਸਤਿਗੁਰੂ ਬਖਾਨਾ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਆਤਮਾ ਦਾ ਸਰੂਪ ਸਮਝਾਇਆ ਹੈ, ਉਸ ਨੇ ਆਤਮਾ ਦੇ ਸਰੂਪ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਜਗ ਬਚਿੱਤਰਤਾ ਨਿਸ਼ਚੈ ਨਾਹੀ, ਆ ਜਿਹੜੀ ਜਗ ਨਾਨਾ ਪੁਨਾ ਜਗਤ ਦੇ ਵਿੱਚ ਦਿਸਦਾ ਹੈ, ਇਹਦੇ ਉੱਤੇ ਉਹ ਭਰੋਸਾ ਨਹੀਂ ਰੱਖਦਾ, ਕਿਉਂਕਿ ਇਹ ਸੰਸਾਰ ਹੈ ਹੀ ਨਾਸ਼ਵੰਤ। ਏਕ ਰੂਪ ਲਖੀਅਤ ਸਭ ਮਾਹੀ, ਬਸ ਸਾਰਿਆਂ ਦੇ ਵਿੱਚ ਇੱਕ ਸਰੂਪ ਪਰਮਾਤਮਾ ਦਾ ਦੇਖਦਾ ਹੈ। ਇਹ ਸੰਸਾਰ ਸੱਚਾ ਵੀ ਹੈ, ਸੱਚਾ ਇਸ ਤਰ੍ਹਾਂ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਘਰ ਵਿੱਚ ਜੇ ਆਪਾਂ ਸੱਚੇ ਪਰਮਾਤਮਾ ਦਾ ਵਾਸਾ ਇਸ ਸੰਸਾਰ ਵਿੱਚ ਦੇਖੀਏ, ਫਿਰ ਤਾਂ ਇਹ ਸੰਸਾਰ ਸੱਚਾ ਹੈ, ਕਿਉਂਕਿ ਸਾਰਿਆਂ ਵਿੱਚ ਉਹ ਪਰਮਾਤਮਾ ਦੀ ਆਪਣੀ ਜੋਤ ਹੈ। ਹਾਂ, ਜੋ ਉਹਨੂੰ ਭਾਵਦਾ ਹੈ ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ, ਇਹ ਸਾਰੀ ਕਾਰ, ਫਿਰ ਤਾਂ ਇਹ ਸੰਸਾਰ ਸੱਚਾ ਹੈ। ਜੇ ਪਰਮਾਤਮਾ ਦੀ ਹੋਂਦ ਨੂੰ ਵੱਖ ਕਰਕੇ ਦੇਖੀਏ ਤੇ ਫਿਰ ਸੰਸਾਰ ਵਿੱਚ ਕੁਝ ਵੀ ਸੱਚ ਹੈ ਹੀ ਨਹੀਂ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਹ ਨਾਨਾਪਨਾ ਨਹੀਂ ਦੇਖਦੇ, ਭਾਵ ਇਹ ਮੇਰਾ ਹੈ, ਇਹ ਫਲਾਣਾ ਹੈ, ਇਹ ਬਗਾਨਾ ਹੈ, ਇਸ ਤਰ੍ਹਾਂ ਨਹੀਂ। ਉਹ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਨੂੰ ਦੇਖਦੇ ਹਨ। ਅਬ ਸੁਨ ਮਨਮੁਖ ਕੀ ਬਿਦ ਤੀਨ, ਮਹਾਰਾਜ ਕਹਿੰਦੇ ਹੁਣ ਤਿੰਨ ਤਰ੍ਹਾਂ ਦੇ ਮਨਮੁਖ ਹਨ, ਉਹਨਾਂ ਬਾਰੇ ਵੀ ਸੁਣੋ। ਕਿਨ ਜੇ ਤਿਨ ਸੰਗ ਲੀਕੀ ਕੀਨ, ਮਨਮੁਖ ਦਾ ਕਰਮ ਹੁੰਦਾ ਹੈ ਜੇ ਕੋਈ ਉਹਦੇ ਨਾਲ ਚੰਗਿਆਈ ਕਰੇ, ਸੋ ਵਿਸਾਰ ਠਾਨੈ ਬੁਰਿਆਈ, ਤੇ ਉਹ ਚੰਗਿਆਈ ਨੂੰ ਭੁਲਾ ਦਿੰਦਾ ਹੈ ਤੇ ਉਲਟਾ ਚੰਗਿਆਈ ਕਰਨ ਵਾਲੇ ਦੇ ਨਾਲ ਹੀ ਬੁਰਾਈ ਕਰਦਾ ਹੈ। ਕਿ ਸੰਗ ਭਲੋ ਨਾ ਕਰਹਿ ਕਦਾਈ, ਕਦੇ ਵੀ ਕਿਸੇ ਦਾ ਭਲਾ ਕਰਕੇ ਖੁਸ਼ ਨਹੀਂ ਹੁੰਦਾ। ਜਿਸਨੇ ਮਨ ਹੀ ਕੋ ਮੁਖ ਕੀਨਾ, ਮਨਮੁਖ ਉਹਨੂੰ ਕਿਹਾ ਜਾਂਦਾ ਹੈ ਜਿਹਨੇ ਆਪਣੇ ਮਨ ਨੂੰ ਮੁਖੀ ਬਣਾਇਆ ਹੈ। ਜੋ ਮਨ ਕਹਿੰਦਾ ਹੈ ਉਸੇ ਵਕਤ ਉਹ ਕਰਨ ਨੂੰ ਤਿਆਰ ਹੋ ਗਏ।
ਪਰ ਮਹਾਰਾਜ ਕਹਿੰਦੇ ਗੁਰਮੁਖ ਇਸ ਤਰ੍ਹਾਂ ਨਹੀਂ ਆਉਂਦਾ। ਗੁਰਮੁਖ ਹਮੇਸ਼ਾ ਆਪਣਾ ਮਨ ਮੁਖ ਜਿਹੜਾ ਉਹ ਗੁਰੂ ਵੱਲ ਰੱਖਦਾ ਹੈ। ਇਸੇ ਤਰ੍ਹਾਂ ਜਿਹੜਾ ਬੇਮੁਖ ਹੈ, ਜਿਹੜਾ ਮਨਮੁਖ ਹੈ, ਉਹਨੇ ਆਪਣਾ ਮਨ ਜਿਹੜਾ ਉਹ ਮੁਖ ਵੱਲ ਕੀਤਾ ਹੈ। ਮਨ ਕੋ ਕਹਿਓ ਕਰਹਿ ਮਤ ਹੀਨ। ਮਨਮੁਖ ਜਿਹੜਾ ਹੈ ਉਹ ਹਮੇਸ਼ਾ ਮਾੜੇ ਕਰਮ ਹੀ ਕਰਦਾ ਹੈ। ਧਰਮ ਨ ਰਾਖੈ ਨਿੰਦਹਿ ਕਿਆ ਹੈ। ਕਦੇ ਵੀ ਧਰਮ ਨੂੰ ਨਹੀਂ ਰੱਖਦਾ, ਹਮੇਸ਼ਾ ਨਿੰਦਿਆ ਹੀ ਕਰਦਾ ਹੈ ਧਰਮੀਆਂ ਦੀ ਵੀ। ਕਪਟ ਕੂਰ ਕਰ ਲਪਟ ਤਰਿਆ ਹੈ। ਝੂਠ ਬੋਲਦਾ ਹੈ, ਧੋਖੇ ਕਰਦਾ ਹੈ ਤੇ ਇਸਤਰੀ ਦੇ ਵਿੱਚ ਆਪਣੀ ਪ੍ਰੀਤੀ ਰੱਖਦਾ ਹੈ। ਆਸਮਨ ਮੁਖ ਕੇ ਲੱਛਣ ਜਾਨ। ਪਰ ਇਸਤਰੀ ਵਿੱਚ ਪ੍ਰੀਤੀ ਰੱਖਣ ਵਾਲਾ, ਝੂਠ ਬੋਲਣ ਵਾਲਾ ਤੇ ਕਪਟੀ ਧੋਖੇਬਾਜ਼, ਇਹ ਮਨਮੁਖ ਦੇ ਲੱਛਣ ਹਨ, ਜਾਣ ਲਓ। ਅਬ ਮਨਮੁਖ ਤਰ ਕੋ ਸੁਨ ਕਾਨ। ਹੁਣ ਮਹਾਰਾਜ ਕਹਿੰਦੇ ਕੰਨ ਦੇ ਕੇ ਮਨਮੁਖ ਤਰ ਬਾਰੇ ਵੀ ਸੁਣੋ। ਪਰ ਕੋ ਭਲਾ ਹੋਤ ਦੁਖ ਪਾਵਹਿ। ਜੇ ਕੋਈ ਪਰਾਇਆ ਬੰਦਾ ਭਲਾ, ਕਿਸੇ ਦਾ ਭਲਾ ਹੋ ਰਿਹਾ ਹੈ, ਕਿਸੇ ਦਾ ਕੋਈ ਕੰਮ ਸਵਰ ਰਿਹਾ ਹੈ, ਉਹਨੂੰ ਦੇਖ ਕਰਕੇ ਦੁਖੀ ਹੋ ਜਾਣਾ। ਕਿਮ ਬਿਗਰੈ ਅਸ ਜਤਨ ਬਣਾਵਹਿ। ਬਸ ਇਹੋ ਹੀ ਯਤਨ ਕਰਨੇ ਕਿ ਇਹਦੇ ਕੰਮ ਦੇ ਵਿੱਚ ਮੈਂ ਵਿਗਾੜ ਕਿਸ ਤਰ੍ਹਾਂ ਪਾ ਸਕਦਾ ਹਾਂ। ਦੇਖਤ ਸੁਨਤ ਤਪਤ ਅਤ ਛਾਤੀ। ਕਿਸੇ ਦੇ ਗੁਣ ਦੇਖ ਕੇ, ਕਿਸੇ ਦਾ ਕੋਈ ਚੰਗਾ ਕੰਮ ਦੇਖ ਕੇ, ਕਿਸੇ ਦਾ ਕੰਮ ਸਵਰਦਾ ਦੇਖ ਕਰਕੇ ਤੇ ਜਿਹੜੀ ਛਾਤੀ ਹੈ ਮਨਮੁਖ ਦੀ ਸੜ ਬਲ ਜਾਂਦੀ ਹੈ। ਚਿਤਵੈ ਕੋ ਹੋਵੈ ਇਸ ਘਾਤੀ। ਬਸ ਇਹੋ ਹੀ ਸੋਚਦਾ ਹੈ ਕਿ ਇਸ ਨੂੰ ਮੈਂ ਕਿਸ ਤਰ੍ਹਾਂ ਖਤਮ ਕਰ ਸਕਦਾ ਹਾਂ। ਅਪਰ ਭਲਾ ਕੋ ਕਹਾਂ ਸੁਹਾਏ। ਉਹਨੇ ਫਿਰ ਕਿਸੇ ਦਾ ਭਲਾ ਕੀ ਕਰਨਾ, ਉਹਨੂੰ ਭਲਾ ਕਿਸ ਤਰ੍ਹਾਂ ਚੰਗਾ ਲੱਗੇਗਾ। ਸਖਾ ਭਲੇ ਕੋ ਸੁਨ ਤਪਤਾਏ। ਇੱਥੋਂ ਤੱਕ ਕਿ ਜਿਹੜਾ ਮਨਮੁਖ ਤਰ ਹੈ ਨਾ, ਉਹ ਆਪਣੇ ਸਖੇ ਦਾ ਭਲਾ ਦੇਖ ਕਰਕੇ ਵੀ ਨਹੀਂ ਜੇ ਜਰਦਾ। ਇੱਕ ਤਾਂ ਹੁੰਦਾ ਨਾ ਬੰਦਾ ਕਿ ਕਿਸੇ ਦਾ ਭਲਾ ਦੇਖ ਕਰਕੇ ਨਾ ਜਰਨਾ, ਪਰ ਜਿਹੜਾ ਮਨਮੁਖ ਬੰਦਾ ਹੈ ਉਹ ਆਪਣੇ ਸਖੇ ਦਾ, ਆਪਣੇ ਮਿੱਤਰਾਂ ਦਾ, ਇੱਥੋਂ ਤੱਕ ਕਿ ਆਪਣੇ ਪਰਿਵਾਰ ਦੇ ਕੁਝ ਜੀਆਂ ਦਾ ਵੀ ਭਲਾ ਵੇਖ ਕਰਕੇ ਨਹੀਂ ਸਿਖਾਉਂਦਾ। ਮੁਖ ਤੇ ਮੀਠੀ ਕਹੈ ਸੁਣਾਵੈ। ਆਪਣੇ ਮੂੰਹ ਤੋਂ ਮਿੱਠੀਆਂ ਗੱਲਾਂ ਸੁਣਾਉਂਦਾ ਹੈ। ਨਹਿ ਉਰ ਜਰੇ ਸੋ ਜਰ ਜਰ ਜਾਵੈ। ਪਰ ਹਿਰਦੇ ਕਰਕੇ ਨਹੀਂ ਜਰਦਾ, ਸਗੋਂ ਹਿਰਦਾ ਸੜ ਬਲ ਜਾਂਦਾ ਹੈ। ਹਾਂ, ਮੂੰਹ ਤੋਂ ਮਿੱਠੀਆਂ ਗੱਲਾਂ ਕਰਕੇ ਸੁਣਾਉਣੀਆਂ। ਕਈ ਤਾਂ ਆਉਂਦੇ ਨੇ ਜੀ, ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ, ਪਰ ਹਿਰਦਾ ਉਹਨਾਂ ਦਾ ਸੜਿਆ ਬਲਿਆ ਹੁੰਦਾ ਹੈ। ਉਹ ਮਨਮੁਖ ਦੇ ਲੱਛਣ ਨੇ। ਆਪਣੇ ਦਾ ਭਲਾ ਵੇਖ ਕਰਕੇ ਵੀ ਨਾ ਸਿਖਾਉਣਾ। ਹਿਤ ਅਨਹਿਤ ਸਮ ਏਕ ਵਿਚਾਰ ਹੈ। ਇਹੋ ਹੀ ਵਿਚਾਰਨਾ। ਹਿਤ ਨਾਮ ਹੈ ਪ੍ਰੇਮ ਦਾ, ਅਨਹਿਤ ਨਾਮ ਹੈ ਕਿਸੇ ਨਾਲ ਵੈਰ ਰੱਖਣਾ। ਉਹ ਇੱਕ ਸਾਮੀ ਰੱਖਦਾ, ਭਾਵੇਂ ਕੋਈ ਪਿਆਰ ਕਰੇ ਭਾਵੇਂ ਕੋਈ ਵੈਰੀ ਹੋਵੇ, ਸਾਰਿਆਂ ਨਾਲ ਇੱਕ ਜਿਹਾ ਹੀ ਵਰਤਾਵ ਰੱਖਣਾ। ਸਭ ਕੋ ਬੁਰੋ ਹੋਏ ਸੁਖ ਧਾਰ ਹੈ। ਬਸ ਸਾਰਿਆਂ ਦਾ ਬੁਰਾ ਕਰਨਾ ਸੋਚਣਾ ਤੇ ਬੁਰਾ ਕਰਕੇ ਹੀ ਆਪਣੇ ਆਪ ਨੂੰ ਸੁਖੀ ਸਮਝਣਾ। ਸਭ ਜਗ ਕੋ ਬੈਰੀ ਸਮਝਾਨੈ। ਸਾਰੇ ਸੰਸਾਰ ਨੂੰ ਹੀ ਵੈਰੀ ਸਮਾਨ ਜਾਣਨਾ। ਪੁਰਾਣਾ ਸਮਾਂ ਸੀ, ਇੱਥੋਂ ਤੱਕ ਕਿ ਦੂਜਿਆਂ ਦੇ ਨਾਲ ਵੀ ਭਲਾਈ ਕਰਨੀ ਤੇ ਦੂਜਿਆਂ ਦਾ ਭਲਾ ਮੰਗਣਾ ਤੇ ਖੁਸ਼ ਹੋਣਾ। ਪਰ ਸਮਾਂ ਐਸਾ ਚੱਲ ਰਿਹਾ ਹੈ ਕਿ ਆਪਣਿਆਂ ਦਾ ਵੀ ਭਲਾ ਦੇਖ ਕਰਕੇ ਨਾ ਸਿਖਾਉਣਾ ਤੇ ਫਿਰ ਸਾਰੇ ਸੰਸਾਰ ਨੂੰ ਹੀ ਵੈਰੀ ਦੇ ਸਮਾਨ ਜਾਣਨਾ ਕਿ ਸਾਰੇ ਮੇਰੇ ਵੈਰੀ ਹਨ। ਉਹ ਵੀ ਨਹੀਂ ਚੰਗਾ, ਉਹ ਵੀ ਨਹੀਂ ਚੰਗਾ, ਉਹ ਵੀ ਮਾੜਾ, ਇਉਂ ਸਾਰੇ ਸੰਸਾਰ ਦੀ ਨਿੰਦਿਆ ਕਰੀ ਜਾਣੀ। ਇਹ ਮਨਮੁਖ ਦੇ ਲੱਛਣ ਨੇ। ਤੇ ਕਈ ਐਸੇ ਦੇਖਣ ਨੂੰ ਮਿਲ ਵੀ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਚੰਗਾ ਲੱਗਦਾ ਹੀ ਨਹੀਂ। ਹਰੇਕ ਦੀ ਨਿੰਦਿਆ ਕਰਨੀ ਬੈਠ ਕੇ, ਕੋਈ ਵੀ ਉਹਨਾਂ ਨੂੰ ਚੰਗਾ ਨਾ ਲੱਗਣਾ। ਹੁਣ ਗੁਰਮੁਖ ਦੇ ਲੱਛਣ ਐਸੇ ਸੀ, ਉਹਨੇ ਸਾਰਿਆਂ ਵਿੱਚ ਬ੍ਰਹਮ ਦੀ ਜੋਤ ਨੂੰ ਦੇਖਣਾ ਤੇ ਜੇ ਕੋਈ ਬੁਰਾ ਵੀ ਹੋ ਰਿਹਾ ਤੇ ਕਹਿਣਾ ਨਹੀਂ ਉਹ ਵੀ ਭਲਾ ਹੀ ਹੈ। ਬੁਰਾ ਨਹੀਂ, ਸਭ ਭਲਾ ਹੀ ਹੈ ਰੇ। ਕਦੋਂ ਇੱਕ ਹੈ, ਇੱਕ ਹੀ ਨੇਤਾ ਹੈ। ਜਦੋਂ ਨੇਤਰਾਂ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਦਿਸ ਰਹੀ ਤੇ ਫਿਰ ਕੋਈ ਬੁਰਾ ਲੱਗਦਾ ਹੀ ਨਹੀਂ। ਪਰ ਮਨਮੁਖ ਦੇ ਲੱਛਣ ਐਸੇ ਨੇ ਕਿ ਜੇ ਕੋਈ ਮਨਮੁਖ ਦੇ ਨਾਲ ਭਲਾਈ ਵੀ ਕਰ ਰਿਹਾ ਤੇ ਉਹ ਬੁਰਾਈ ਹੀ ਉਹਦੇ ਨਾਲ ਕਰਦਾ ਹੈ। ਇੱਥੋਂ ਤੱਕ ਕਿ ਆਪਣੇ ਸਖੇ ਦਾ ਵੀ ਜਿਹੜਾ ਉਹ ਭਲਾ ਵੇਖ ਕਰਕੇ ਨਹੀਂ ਸਿਖਾਉਂਦਾ, ਸਗੋਂ ਸਾਰੇ ਸੰਸਾਰ ਨੂੰ ਇਹ ਜਾਣਦਾ ਹੈ ਕਿ ਸਾਰੇ ਮੇਰੇ ਵੈਰੀ ਨੇ। ਸਾਰਿਆਂ ਦੇ ਨਾਲ ਵੈਰੀਆਂ ਵਾਲਾ ਵਰਤਾਵ ਰੱਖਦਾ ਹੈ। ਬਹੁਤਨ ਸੰਗ ਦਵੈਸ਼ ਹੀ ਠਾਨੈ। ਬਹੁਤਿਆਂ ਦੇ ਨਾਲ ਈਰਖਾ ਹੀ ਮਨ ਵਿੱਚ ਰੱਖਦਾ ਹੈ। ਅਬ ਮਨਮੁਖ ਤਮ ਕੋ ਸੁਨ ਕਾਨ। ਹੁਣ ਗੁਰਦੇਵ ਕਹਿੰਦੇ ਹਨ, ਪਿਆਰਿਓ ਮਨਮੁਖ ਤਮ ਦੇ ਲੱਛਣ ਸੁਣੋ, ਕਿਉਂਕਿ 3 ਪ੍ਰਕਾਰ ਦੇ ਨੇ ਤੇ ਕੋਈ ਮਨਮੁਖ ਘੱਟ ਹੈ ਤੇ ਉਹਨੂੰ ਕਹਿ ਦਿੱਤਾ ਮਨਮੁਖ। ਜਿਹੜਾ ਥੋੜਾ ਵੱਧ ਹੈ ਉਹ ਫਿਰ ਮਨਮੁਖ ਤਰ।
ਜਿਹੜਾ ਬਹੁਤ ਵੱਡਾ ਮਨਮੁਖ ਹੈ, ਜਿਹੜਾ ਸੰਸਾਰ ਨੂੰ ਹੀ ਵੈਰੀ ਸਮਝੀ ਜਾ ਰਿਹਾ, ਜਿਹਦਾ ਕੋਈ ਆਪਣਾ ਕਿਸੇ ਨੂੰ ਬਣਾਉਂਦਾ ਹੀ ਨਹੀਂ, ਆਪਣਾ ਸਮਝਦਾ ਹੀ ਨਹੀਂ, ਉਹ ਮਨਮੁਖ ਤਮ ਹੈ। ਉਹਦੇ ਲੱਛਣ ਸੁਣੋ। ਸਭ ਕੋ ਬੁਰਾ ਆਪਨ ਹਿਤ ਜਾਨ। ਬਸ ਸਾਰਿਆਂ ਦਾ ਬੁਰਾ ਤੇ ਆਪਣਾ ਉਹਦੇ ਵਿੱਚ ਹਿੱਤ ਭਲਾ ਜਾਣਨਾ, ਕਿਹਦੇ ਵਿੱਚ ਮੇਰਾ ਭਲਾ ਹੈ ਕਿ ਮੈਂ ਸਾਰਿਆਂ ਦਾ ਬੁਰਾ ਕਰਾਂ। ਸਤਿਗੁਰ ਸ਼ਬਦ ਸ਼ਰਵਣ ਨਹਿ ਕਰੈ। ਕਦੇ ਵੀ ਗੁਰੂ ਦੇ ਬਚਨਾਂ ਨੂੰ ਕੰਨਾਂ ਦੇ ਨਾਲ ਸੁਣਨਾ ਹੀ ਨਾ, ਕਿਉਂਕਿ ਜਦੋਂ ਆਪਾਂ ਗੁਰੂ ਦੇ ਬਚਨ ਸੁਣਾਂਗੇ ਤੇ ਸੁਣ ਕੇ ਫਿਰ ਕਿਤੇ ਨਾ ਕਿਤੇ ਕੋਈ ਬਚਨ ਤਾਂ ਗੁਰੂ ਦਾ ਹਿਰਦੇ 'ਚ ਵਸੇਗਾ ਹੀ ਨਾ, ਤੇ ਫਿਰ ਬੰਦਾ ਕੋਈ ਭਲਾਈ ਵਾਲੇ ਪਾਸੇ ਤੁਰੇਗਾ। ਪਰ ਮਨਮੁਖ ਤਮ ਦੇ ਲੱਛਣ ਇਹ ਨੇ ਕਿ ਉਹਨੇ ਕਦੇ ਵੀ ਗੁਰੂ ਦੇ ਬਚਨ ਨੂੰ ਸੁਣਨ ਵਾਸਤੇ ਬੈਠਣਾ ਹੀ ਨਹੀਂ। ਕਥਾ ਪੁਰਾਨ ਕਾਨ ਨਹਿ ਧਰੈ। ਜਿਹੜੀ ਧਾਰਮਿਕ ਗ੍ਰੰਥਾਂ ਦੀ ਕਥਾ ਹੈ, ਕਦੇ ਆਪਣੇ ਕੰਨਾਂ ਦੇ ਨਾਲ ਬੈਠ ਕੇ ਨਹੀਂ ਸੁਣਨੀ। ਦਾਨ ਪੁੰਨ ਇਸ਼ਨਾਨ ਬਹੀਨ। ਨਾ ਦਾਨ ਕਰਨਾ, ਨਾ ਕੋਈ ਪੁੰਨ ਕਰਮ ਕਰਨਾ, ਤੇ ਨਾ ਹੀ ਕੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਕੂਰੋ ਕਹੈ ਜੀਵਕਾ ਧੀਨ। ਤੇ ਆਪਣੀ ਜਿਹੜੀ ਜੀਵਕਾ ਹੈ ਉਹ ਵੀ ਝੂਠ ਬੋਲ ਕੇ ਚਲਾਉਣੀ। ਦੇਖੀਦਾ ਹੀ ਹੈ, ਕਈਆਂ ਨੇ ਬਹੁਤ ਵੱਡੇ ਕਾਰੋਬਾਰ ਜਿਹੜੇ ਨੇ ਉਹ ਆਪਣੇ ਖੋਲੇ ਹੋਏ, ਪਰ ਉਹਨਾਂ ਦੀ ਜੀਵਕਾ ਵਿੱਚ ਹੈ ਹੀ ਝੂਠ ਹੈ। ਮਹਾਰਾਜ ਕਹਿੰਦੇ ਉਹ ਮਨਮੁਖ ਦੇ ਲੱਛਣ ਹਨ। ਸਾਰੀ ਜੀਵਕਾ ਹੀ ਉਹਨਾਂ ਦੀ ਝੂਠ ਤੇ ਖੜੀ। ਇੱਕ ਤਾਂ ਹੁੰਦਾ ਕੋਈ ਕਿਰਤ ਕਮਾਈ ਕਰ ਰਿਹਾ, ਕੋਈ ਪੈਸਿਆਂ ਦੇ ਨਾਲ ਵਸਤੂ ਲਿਆਉਂਦੀ ਹੈ, ਉਹ ਵਸਤੂ ਲਿਆ ਕੇ ਉਹਨੂੰ ਫਿਰ ਥੋੜਾ ਉਹਦੇ ਵਿੱਚੋਂ ਮੁਨਾਫਾ ਖੱਟਿਆ ਤੇ ਉਹਨੂੰ ਵੇਚ ਕੇ ਮੁਨਾਫਾ ਕਮਾਇਆ, ਫਿਰ ਉਹਦੇ ਨਾਲ ਕੋਈ ਨਾ ਕੋਈ ਆਪ ਦਾ ਘਰ ਦਾ ਗੁਜ਼ਾਰਾ ਚਲਾਇਆ। ਪਰ ਕਿਸੇ ਦੀ ਕਿਰਤ ਤਾਂ ਖੜੀ ਹੀ ਜਿਹੜੀ ਹੈ ਜੀਵਕਾ ਉਹ ਝੂਠ ਦੇ ਉੱਤੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਮਨਮੁਖ ਦੇ ਲੱਛਣ ਹਨ। ਇਮ ਭਾਖੈ ਜਹ ਨਰ ਹਾਂ, ਇਸ ਤਰ੍ਹਾਂ ਕਹਿੰਦਾ ਹੈ ਕਿ ਜਿਹੜੇ ਸਾਰੇ ਮਨੁੱਖ ਹਨ, ਹਮਹਿ ਨ ਫਲਤ ਕਰੀ ਭਲਿਆਈ। ਸਾਨੂੰ ਤਾਂ ਜੀ ਭਲਿਆਈ ਫਲਦੀ ਨਹੀਂ ਹੈ। ਇਸ ਤਰ੍ਹਾਂ ਮਨਮੁਖ ਤਮ ਕਹਿੰਦਾ ਹੈ ਕਿ ਮੈਂ ਤਾਂ ਜੀ ਕੋਈ ਚੰਗਾ ਕੰਮ ਕਰਾਂ ਤੇ ਮੇਰੇ ਨਾਲ ਮਾੜਾ ਹੋ ਜਾਂਦਾ ਹੈ। ਮੈਂ ਤਾਂ ਦਾਨ ਪੁੰਨ ਵੀ ਕਰਾਂ, ਅੰਮ੍ਰਿਤ ਵੇਲੇ ਉੱਠਾਂ, ਨਾਮ ਜਪਾਂ, ਸੰਗਤ ਕਰਾਂ ਤੇ ਮੇਰਾ ਤੇ ਫਲਾਣਾ ਨੁਕਸਾਨ ਹੋ ਜਾਂਦਾ ਹੈ। ਕਈ ਇਸ ਤਰ੍ਹਾਂ ਦੇ ਵੀ ਮਿਲ ਜਾਂਦੇ ਨੇ ਕਿ ਜੀ ਸਾਨੂੰ ਤਾਂ ਭਲਾਈ ਫਲਦੀ ਨਹੀਂ। ਇਸੇ ਤਰ੍ਹਾਂ ਅਸੀਂ ਕੋਈ ਚੰਗਾ ਕਰਮ ਨਹੀਂ ਕਰਦੇ। ਕਰਤ ਬੁਰਾਈ ਹੀ ਸੁਖ ਪਾਵੈ। ਅਸੀਂ ਤਾਂ ਬਸ ਜੇ ਬੁਰਾਈ ਕਰੀਏ, ਕੋਈ ਮਾੜਾ ਕੰਮ ਕਰੀਏ ਤਾਂ ਹੀ ਸਾਡਾ ਜੀਵਨ ਸੁਖੀ ਰਹਿੰਦਾ ਹੈ। ਅਸ ਮਨਮੁਖ ਤਮ ਨਰਕ ਸਿਧਾਵੈ। ਮਹਾਰਾਜ ਕਹਿੰਦੇ ਕਿ ਐਸੇ ਜਿਹੜੇ ਮਨਮੁਖ ਤਮ ਹਨ ਉਹ ਸਿੱਧੇ ਨਰਕਾਂ ਨੂੰ ਹੀ ਜਾਂਦੇ ਨੇ। ਕਈ ਤਾਂ ਥੋੜਾ ਬਹੁਤਾ ਦਾਨ ਪੁੰਨ ਕਰਕੇ ਥੋੜੀ ਬਹੁਤੀ ਭਲਾਈ ਆਪਣੀ ਕਰਾ ਲੈਂਦੇ ਨੇ, ਭਲਾ ਕਰ ਦਿੰਦੇ ਨੇ ਕਿਸੇ ਦਾ ਵੀ, ਪਰ ਮਨਮੁਖ ਤਮ ਨੇ ਤਾਂ ਕਿਸੇ ਦਾ ਭਲਾ ਕਰਨਾ ਹੀ ਨਹੀਂ। ਸਗੋਂ ਕਹਿੰਦਾ ਕਿ ਜੇ ਮੈਂ ਭਲਾ ਕਰਾਂ, ਕੋਈ ਚੰਗਾ ਕੰਮ ਕਰਾਂ ਤੇ ਉਹ ਮੈਨੂੰ ਨਹੀਂ ਫਲਦਾ, ਇਸ ਕਰਕੇ ਮੈਂ ਮਾੜਾ ਕਰਦਾ ਤੇ ਮੈਂ ਸੁਖੀ ਰਹਿਣਾ। ਮਹਾਰਾਜ ਕਹਿੰਦੇ ਉਹ ਮਨਮੁਖ ਤਮ ਸਿੱਧੇ ਨਰਕਾਂ ਨੂੰ ਹੀ ਜਾਂਦੇ ਹਨ। ਘੋਰ ਸਜਾਏ ਨ ਸਹਿ ਸਰੀਰ। ਉਹਨਾਂ ਨਰਕਾਂ ਦੇ ਵਿੱਚ ਜਾ ਕਰਕੇ ਬੜੀਆਂ ਭਿਆਨਕ ਜਿਹੜੀਆਂ ਸਜ਼ਾਵਾਂ ਨੇ, ਕਿਉਂਕਿ ਸਰੀਰ ਦੇ ਖੇਤ ਵਿੱਚ ਜਿਹੜਾ ਬੀਜ ਬੀਜਿਆ ਉਹਦਾ ਫਲ ਤਾਂ ਫਿਰ ਵੱਢਣਾ ਹੀ ਹੈ ਨਾ। ਉਹ ਫਿਰ ਜਾ ਕਰਕੇ ਪਰਲੋਕ ਵਿੱਚ ਨਰਕਾਂ ਵਿੱਚ ਭਾਰੀਆਂ ਸਜ਼ਾਵਾਂ। ਜਿਹੜਾ ਸੂਖਮ ਸਰੀਰ ਹੈ, ਇੱਕ ਤਾਂ ਆਹ ਸਰੀਰ ਹੈ ਸਥੂਲ ਜਿਹੜਾ 5 ਤੱਤਾਂ ਦਾ ਹੈ, ਪਰ ਇਹ ਤਾਂ ਜਦੋਂ ਸੰਸਕਾਰ ਹੁੰਦਾ ਹੈ ਤੇ ਸਾਰਾ ਸਰੀਰ ਰਾਖ ਬਣ ਜਾਂਦਾ ਹੈ। ਪਰ ਜਿਹੜਾ ਸੂਖਮ ਸਰੀਰ ਹੈ ਜਿਹਨੂੰ ਸਜ਼ਾਵਾਂ ਮਿਲਦੀਆਂ ਨੇ ਪਰਲੋਕ ਵਿੱਚ, ਨਰਕਾਂ ਵਿੱਚ, ਉਹਨੂੰ ਫਿਰ ਉੱਥੇ ਭਾਰੀ ਸਜ਼ਾਵਾਂ ਮਿਲਦੀਆਂ ਹਨ। ਜਨਮ ਮਰਨ ਕੀ ਪੁਨ ਪੁਨ ਪੀਰ। ਉਹ ਫਿਰ ਜਨਮ ਮਰਨ ਦੀ ਪੀੜਾ ਦੇ ਵਿੱਚ ਬਾਰ-ਬਾਰ ਜਿਹੜਾ ਹੈ ਉਹ ਪੈਂਦਾ ਹੈ। ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਵੱਡਾ ਸੰਸਾਰ ਵੀ ਜਿਹੜਾ ਇਹਦਾ ਆਵਾਗਾਉਣੇ ਦੇਸ਼ ਦੀ ਤਰ੍ਹਾਂ ਹੈ। ਕਦੇ ਕਿਤੇ ਉਤਾਰਾ ਕਰ ਲੈਣਾ, ਕਦੇ ਕਿਤੇ ਉਤਾਰਾ ਕਰ ਲੈਣਾ, ਕਦੇ ਕਰਮਾਂ ਅਨੁਸਾਰ ਕਿਸੇ ਜੂਨ ਦੇ ਵਿੱਚ ਜਾਣਾ, ਕਦੇ ਕਿਸੇ ਜੂਨ ਵਿੱਚ ਜਾਣਾ। ਇਹ ਜਨਮ ਮਰਨ ਸਭ ਤੋਂ ਵੱਡਾ ਦੁੱਖ ਹੈ। ਤੇ ਮਨਮੁਖ ਜਿਹੜਾ ਹੈ ਬੰਦਾ ਇੱਥੇ ਤਾਂ ਕਹਿੰਦਾ ਇਹ ਜੱਗ ਮਿੱਠਾ, ਅੱਗੇ ਕਹਿੰਦੇ ਡਿੱਠਾ, ਪਰ ਜਿਹੜੇ ਕਰਮ ਕੀਤੇ ਹਨ ਉਹਨਾਂ ਕਰਮਾਂ ਅਨੁਸਾਰ ਫਿਰ ਉਹ ਫਲ ਭੋਗਦਾ ਹੈ, ਉਹ ਜੂਨ ਭੋਗਦਾ ਹੈ। ਉਸੇ ਕਰਮਾਂ ਅਨੁਸਾਰ ਉਹਨੂੰ ਦੁੱਖ ਸੁੱਖ ਮਿਲਦੇ ਨੇ। ਭਾਰੀ ਸਜ਼ਾਵਾਂ ਫਿਰ ਜਨਮ ਮਰਨ ਦੇ ਗੇੜ ਵਿੱਚ ਜਾ ਕਰਕੇ ਸਹਾਰਦਾ ਹੈ। ਇਸ ਲਈ ਜਿਨ੍ਹਾਂ ਨੂੰ ਸੋਝੀ ਆਈ ਹੈ ਨਾ ਕਿ ਜਨਮ ਮਰਨ ਭਾਰੀ ਪੀੜਾ ਹੈ, ਭਾਰੀ ਦੁੱਖ ਹੈ, ਮਹਾਰਾਜ ਕਿਰਪਾ ਕਰਕੇ ਸਾਨੂੰ ਇਹਦੇ ਵਿੱਚੋਂ ਮੁਕਤ ਕਰ ਦਿਓ। ਉਹ ਗੁਰਸਿੱਖ ਆ ਕੇ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਨੇ ਕਿ ਸਤਿਗੁਰੂ ਕਿਰਪਾ ਕਰੋ ਸਾਡੀ ਕਲਿਆਣ ਹੋ ਜਾਵੇ। ਤੇ ਮਹਾਰਾਜ ਜੀ ਨੇ ਕਿਹਾ ਕਿ ਗੁਰਮੁਖ ਬਣੋ ਤੇ ਮਨਮੁਖ ਨਾ ਬਣੋ। ਕਹਿਣ ਲੱਗੇ ਮਹਾਰਾਜ ਇਹਦੇ ਵੀ ਭੇਦ ਸਾਨੂੰ ਸਮਝਾ ਦਿਓ ਕਿ ਗੁਰਮੁਖ ਤੇ ਮਨਮੁਖ ਵਿੱਚ ਕੀ ਭੇਦ ਹੈ। ਜਿਹੜਾ ਮਹਾਰਾਜ ਕਹਿੰਦੇ ਆਪਣਾ ਮੁਖ ਗੁਰੂ ਵੱਲ ਰੱਖਦਾ ਹੈ, ਬਸ ਇਹੋ ਹੀ ਦੇਖਦਾ ਹੈ ਕਿ ਮੇਰੇ ਗੁਰੂ ਦੀ ਕੀ ਸਿੱਖਿਆ ਹੈ, ਕੀ ਗੁਰੂ ਦਾ ਉਪਦੇਸ਼ ਹੈ, ਮੈਂ ਤੇ ਬਸ ਉਹ ਕਮਾਉਣਾ ਹੈ।
ਮੈਂ ਨਹੀਂ ਦੇਖਣਾ ਕਿ ਲੋਕ ਕੀ ਕਹਿਣਗੇ, ਮੇਰੇ ਮਿੱਤਰ ਕੀ ਕਹਿਣਗੇ, ਮੇਰਾ ਸ਼ਰੀਕਾ ਕੀ ਕਹੇਗਾ। ਬਸ ਮੈਂ ਇਹ ਦੇਖਣਾ ਕਿ ਕਰਮ ਕਰਨ ਦੇ ਵਿੱਚ ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ। ਜੇ ਕੰਮ ਮੇਰੇ ਗੁਰੂ ਦੀ ਸਿੱਖਿਆ ਅਨੁਸਾਰ ਮਾੜਾ ਹੈ, ਮੈਂ ਨਹੀਂ ਕਰਨਾ। ਉਹ ਤਾਂ ਗੁਰਮੁਖ ਹੈ। ਤੇ ਮਨਮੁਖ ਕੌਣ ਹੈ? ਬਸ ਜੋ ਮਨ ਵਿੱਚ ਆਇਆ ਉਹ ਕਰ ਲਿਆ, ਮਨ ਪਿੱਛੇ ਲੱਗ ਕੇ। ਤੇ ਫਿਰ ਮਹਾਰਾਜ ਕਹਿੰਦੇ ਤਿੰਨ ਤਰ੍ਹਾਂ ਦੇ ਗੁਰਮੁਖ ਤੇ ਮਨਮੁਖ, ਇਹਨਾਂ ਦੇ ਤਿੰਨ ਤਰ੍ਹਾਂ ਦੇ ਲੱਛਣ ਨੇ। ਗੁਰਮੁਖ, ਗੁਰਮੁਖ ਤਰ ਤੇ ਗੁਰਮੁਖ ਤਮ। ਫਿਰ ਮਨਮੁਖ ਵੀ ਤਿੰਨ ਤਰ੍ਹਾਂ ਦੇ ਨੇ, ਮਨਮੁਖ, ਮਨਮੁਖ ਤਰ ਤੇ ਮਨਮੁਖ ਤਮ। ਉਹਨਾਂ ਦੇ ਲੱਛਣ ਗੁਰਦੇਵ ਨੇ ਖੋਲ ਕੇ ਸਮਝਾਏ ਨੇ। ਮਹਾਰਾਜ ਕਹਿੰਦੇ ਇਸ ਲਈ ਇਹ ਘੋਰ ਸਜ਼ਾਵਾਂ ਮਨਮੁਖ ਪਾਉਂਦੇ ਹਨ, ਜਨਮ ਮਰਨ ਦੇ ਗੇ ਕਰਕੇ ਬਹੁਤੀਆਂ ਪੀੜਾਂ ਸਹਾਰਦੇ ਹਨ। ਸੁਨ ਤੀਨੋ ਗੁਰ ਕੋ ਉਪਦੇਸ਼। ਇਹਨਾਂ ਤਿੰਨਾਂ ਨੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਿਆ। ਭਾਈ ਕੁੱਲਾ ਜੀ, ਭਾਈ ਭੁੱਲਾ ਜੀ ਝੰਜੂ ਗੋਤ ਦੇ ਨੇ, ਭਾਈ ਭਗੀਰਥ ਇਹ ਸੋਇਨੀ ਗੋਤ ਦੇ ਨੇ। ਤਿੰਨਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ ਹੈ। ਗੁਰਮੁਖ ਲੱਛਣ ਧਰੇ ਅਸ਼ੇਸ਼। ਵਿਸ਼ੇਸ਼ ਕਰਕੇ ਜਿਹੜੇ ਗੁਰੂ ਸਾਹਿਬ ਜੀ ਨੇ ਗੁਰਮੁਖ ਦੇ ਲੱਛਣ ਸਮਝਾਏ ਨੇ ਉਹ ਜੀਵਨ ਵਿੱਚ ਧਾਰਨ ਕਰ ਲਏ ਹਨ। ਸ਼੍ਰੀ ਸਤਿਗੁਰ ਕੋ ਸੇਵਤ ਰਹੇ। ਫਿਰ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਦੇ ਨੇ ਤੇ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਲੱਗ ਗਏ ਹਨ। ਨਿਜ ਸਰੂਪ ਮੈਂ ਥਿਰਤਾ ਲਹੇ। ਗੁਰੂ ਸਾਹਿਬ ਦੀ ਸੇਵਾ ਕਰਕੇ ਉਪਦੇਸ਼ ਨੂੰ ਕਮਾ ਕੇ ਜਿਹੜਾ ਨਿਜ ਸਰੂਪ ਹੈ, ਸਾਡਾ ਵਾਸਤਵ ਦੇ ਵਿੱਚ ਨਿਜ ਸਰੂਪ ਆਤਮ ਸਰੂਪ ਹੈ। ਆਤਮਾ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਦੇ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਆਤਮਾ ਪਰਾਤਮਾ ਏਕੋ ਕਰੈ। ਏਕੋ ਉਦੋਂ ਹੁੰਦਾ ਹੈ ਜਦੋਂ ਗੁਰੂ ਦੀ ਗੱਲ ਸਮਝ ਆ ਜਾਵੇ ਤੇ ਫਿਰ ਸਮਝ ਕੇ ਇਹ ਗੱਲ ਪਤਾ ਲੱਗੇ ਕਿ ਇਹ ਸਰੀਰ ਤਾਂ ਸਾਡਾ ਹੈ ਨਹੀਂ, ਸਰੀਰ ਕਰਕੇ ਹੀ ਤਾਂ ਮਾੜੇ ਕੰਮ ਕਰ ਰਹੇ ਹਨ। ਸਾਡਾ ਅਸਲ ਵਿੱਚ ਵਾਸਤਵ ਦੇ ਵਿੱਚ ਆਤਮ ਸਰੂਪ ਹੈ ਜਿਹੜਾ ਕਦੇ ਮਰਦਾ ਜੰਮਦਾ ਨਹੀਂ। ਜੇ ਆਤਮ ਸਰੂਪ ਸਾਡਾ ਹੈ ਤੇ ਫਿਰ ਦੂਜੇ ਦਾ ਵੀ ਤਾਂ ਉਹੀ ਸਰੂਪ ਹੈ ਨਾ, ਤੀਸਰੇ ਦਾ ਵੀ ਉਹੀ। ਹੁਣ ਵੈਰ ਕਿਹਦੇ ਨਾਲ ਕਰੀਏ? ਸਾਰਾ ਹੈ ਹੀ ਪਰਮਾਤਮਾ ਦਾ ਆਪਣਾ ਹੀ ਪਸਾਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਮਹਾਰਾਜ ਕਹਿੰਦੇ ਜਿਹੜੇ ਨਿਜ ਘਰ ਦੇ ਵਿੱਚ ਟਿਕ ਜਾਂਦੇ ਹਨ ਉਹਨਾਂ ਦਾ ਫਿਰ ਆਵਾਗਾਉਣ ਦੇ ਚੱਕਰ ਵਿੱਚ ਉਹ ਭਟਕਦੇ ਨਹੀਂ, ਉਹ ਫਿਰ ਬਾਰ-ਬਾਰ ਫੇਰਿਆਂ ਦੇ ਵਿੱਚ ਨਹੀਂ ਆਉਂਦੇ। ਇਉਂ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਇਹਨਾਂ ਨੇ ਬਚਨ ਮੰਨਿਆ ਹੈ, ਸੇਵਾ ਕਰਕੇ ਨਿਜ ਸਰੂਪ ਦੀ ਪਛਾਣ ਕੀਤੀ ਹੈ। ਇਸ ਤਰ੍ਹਾਂ ਇਹਨਾਂ ਦੀ ਕਲਿਆਣ ਹੋਈ। ਇਹ ਗੁਰੂ ਸਾਹਿਬ ਦਾ ਉਪਦੇਸ਼ ਸਾਡੇ ਸਾਰਿਆਂ ਲਈ ਸਾਂਝਾ ਹੈ, ਕਮਾਉਣ ਵਾਲਾ ਹੈ। ਗੁਰੂ ਚਰਨਾਂ ਵਿੱਚ ਬੇਨਤੀ ਕਰੀਏ ਜਿਸ ਤਰ੍ਹਾਂ ਸਿੱਖਾਂ ਨੇ ਕੀਤੀ ਸੀ, ਮਹਾਰਾਜ ਇਹ ਲੱਛਣ ਤਾਂ ਸਮਝ ਆ ਗਏ, ਪਰ ਹੁਣ ਤੁਸੀਂ ਕਿਰਪਾ ਕਰੋ ਅਸੀਂ ਕਮਾਈ ਕਰ ਸਕੀਏ ਤੇ ਤੁਹਾਡੇ ਸਨਮੁਖ ਰਹੀਏ, ਗੁਰਮੁਖ ਬਣੀਏ, ਇਹ ਜੀਵਨ ਸਫਲਾ ਕਰ ਸਕੀਏ। ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਖੀਲੀਆਂ ਸਰਵਣ ਕਰੇ, ਇੱਥੇ ਫਤਿਹ ਬੁਲਾਈਏ ਜੀ। ਸ਼੍ਰੀ ਸਤਿਗੁਰ ਕੋ ਸੇਵਤ ਰਹੇ, ਨਿਜ ਸਰੂਪ ਮੈਂ ਥਿਰਤਾ ਲਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिसे जगाए पे आए हर रस, अकथ कथा तिन जानी। आओ सरवन करिए गुरसिੱਖੀ ਦੇ ਇਤਿਹਾਸ ਨੂੰ ਕਥਾ ਵਿਚਾਰ ਰਾਹੀਂ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹਰ ਕੀਆਂ ਕਥਾ ਕਹਾਣੀਆਂ ਰੋਜ਼ਾਨਾ ਸ਼ਾਮ 4 ਵਜੇ ਸਿਰਫ PTC ਸਿਮਰਨ ਤੇ। हर हर नाम कथा नित सुनिए। ਸਰਵਨ ਕਰੋ ਕਥਾ ਅਤੇ ਵਡਮੁੱਲੇ ਵਿਚਾਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪਾਸੋਂ। कल में एक नाम किरपा नित जाए जपै गत पावै। कहन लगे इस कलयुग विच सब तो श्रोमणी जिहड़ा नाम है कल में एक नाम किरपा नित। इक किरपा दे खजाने परमात्मा दा जो नाम है जा है जिस नूं जपै जपिया जिस दे जपिया
ਗਤ ਪਾਵੇ ਤੈਨੂੰ ਮੁਕਤੀ ਮਿਲ ਜਾਏਗੀ। ਤੂੰ ਕਹਿੰਦਾ ਜਮ ਦਾ ਤਰਾਸ ਮੁੱਕ ਜਾਏ, ਪਰ ਜਮ ਦਾ ਤਰਾਸ ਮੁੱਕਣ ਤੋਂ ਇੱਕ ਸਟੈਪ ਹੋਰ ਅੱਗੇ ਤੈਨੂੰ ਸਦਾ ਵਾਸਤੇ ਮੁਕਤ ਕਰ ਦਿਆਂਗੇ। ਇਸ ਕਲਯੁਗ ਵਿੱਚ ਰੱਬ ਦਾ ਨਾਮ ਹੀ ਸਭ ਤੋਂ ਉੱਚਾ। ਗੁਰਮਤਿ ਗਿਆਨ ਰੋਜ਼ਾਨਾ ਰਾਤ 8:30 ਵਜੇ PTC ਸਿਮਰਨ ਤੇ। क्या आप घुटनों के दर्द के कई इलाज आजमा कर थक चुके हैं? दुनिया भर के इलाज के बाद भी घुटनों के दर्द से मुक्ति नहीं मिल पा रही थी। क्या सीढ़ियाँ चढ़ने उतरने में आपको तीखा दर्द होता है? लगभग 1-1.5 साल से मैं घुटनों के दर्द से बेहद परेशान था। खासतौर पर सीढ़ियाँ चढ़ने उतरने में तो मेरी जान निकल जाती थी। थोड़ा सा ज्यादा चलने पर क्या आपके घुटने दर्द के साथ सूज जाते हैं? तो 15-20 मिनट हिल भी नहीं पाता था, इतनी जकड़न हो जाती थी इन घुटनों में। क्या कमर और पीठ के दर्द ने आपके झुकने और उठने बैठने को मुश्किल बनाया हुआ है? लेट भी नहीं पाती थी मैं सीधे, इतनी कमर दुखती थी मेरी। खूब दवाइयाँ खाई पर 5% भी आराम नहीं हुआ। क्या ठंड और बादलों के मौसम में आपकी तकलीफ और बढ़ जाती है? तो ये सर्दियाँ आते ही ये दर्द इतना बढ़ जाता, इतना भयंकर दर्द कि पूछो मत। तो आयुर्वेद की एक महान खोज, गर्माहट वाला असर और धुएं के प्रभाव से दर्द को मिटाने वाला ये दमदार ऑयल आपको वो राहत, वो आराम दिला सकता है जो अभी तक आपको नहीं मिल पाया है। ये है गर्माहट और धुएं के सिद्धांत वाला विश्व प्रसिद्ध असली दमदार ऑयल। दमदार, यही है नाम इस धुएं वाले ऑयल का। और ये जोड़ों के दर्द का कोई सामान्य तेल नहीं, बल्कि एक अनमोल आयुर्वेदिक फॉर्मूला है। आपको कितना भी पुराना घुटने का दर्द हो, उम्र के कारण सीढ़ियां चढ़ने उतरने में, चलने फिरने में, यहाँ तक कि उठने बैठने में भी दर्द होता हो, तो ये धुएं वाला दमदार आपको वो राहत, वो आराम पहुंचा सकता है जिसके बारे में आपने सोचना भी छोड़ दिया है। घुटने के अलावा कमर दर्द, पीठ का दर्द, कंधे का दर्द, यानी शरीर के किसी भी जोड़ के मसल